ਅੱਜ ਸਿੰਘੂ ਬਾਰਡਰ ਤੇ ਬੈਠੇ ਲਗਭਗ 7 ਮਹੀਨੇ ਬੀਤਣ ਵਾਲੇ ਨੇ। ਮਾਈਆਂ ਭੈਣਾਂ ਤੇ ਕਿਸਾਨ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਪਹਿਲਾਂ ਆਪਣੇ ਸਾਥੀਆਂ ਨੇ ਗੁਰੂ ਮਹਾਰਾਜ ਦਾ ਜਸ ਗਾ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਔਰ ਸਾਡੇ ਭਾਈ ਸਾਹਿਬ ਕਹਿ ਕੇ ਗਏ ਕਿ ਜਾਬਤੇ ਵਿੱਚ ਹੀ ਰਹਿਣਾ, ਜਾਬਤੇ ਵਿੱਚ ਹੀ ਰਹਿਣਾ ਬਣਦਾ ਏ। ਔਰ ਜੋ ਖੇਤੀ ਕਾਨੂੰਨ ਜਾਂ ਮੋਦੀ ਸਰਕਾਰ ਨੇ ਇੱਕ ਭਾਰਤ ਨੂੰ ਗੁਲਾਮ ਬਣਾਉਣ ਦੇ ਦਸਤਖਤ ਕਰ ਦਿੱਤੇ ਅਡਾਨੀਆਂ ਬਾਨੀਆਂ ਨੂੰ, ਉਹਦੇ ਬਾਰੇ ਗੱਲ ਰੱਖੀ ਜਾਵੇ। ਭਰਾਓ, ਮੈਂ ਤੁਹਾਡੇ ਨਾਲ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ, ਇਸੇ ਹੀ ਏਜੰਡੇ ਤੇ ਗੱਲ ਰੱਖੂੰਗਾ। ਔਰ ਇਹ ਕਾਲੇ ਕਾਨੂੰਨ ਨੇ, ਮੈਂ ਕਹਿੰਦਾ ਨਾ ਕਿ ਪਲਾਨ ਆ ਕਿ ਨਰਿੰਦਰ ਮੋਦੀ ਨੇ ਜਿਹੜਾ ਭਾਰਤ ਨੂੰ ਗੁਲਾਮ ਕਰਨਾ ਸੀ ਤੇ ਕਿਸ ਤਰ੍ਹਾਂ ਕਰਨਾ ਸੀ। ਔਰ 7 ਸਾਲਾਂ ਦੇ ਵਿੱਚ ਉਹਨੇ ਭਾਰਤ ਨੂੰ ਗੁਲਾਮ ਕਰ ਦਿੱਤਾ। ਵੈਸੇ ਪ੍ਰਪੋਜ਼ਲ ਤੇ ਜਿਹੜੀ ਆ ਇਹ 1995 ਦੀ ਇਹ ਬਣੀ ਆ। ਔਰ ਜਦੋਂ ਇਹ ਟੇਬਲ ਤੇ ਪਲੰਦਾ ਆਉਂਦਾ ਸੀਗਾ ਤੇ ਫਿਰ ਪਿੱਛੇ ਲੈ ਜਾਂਦੇ ਸੀ। ਉਸ ਸਮੇਂ ਦੀ ਮੇਰੇ ਖਿਆਲ ਕਿ ਪ੍ਰਧਾਨ ਮੰਤਰੀ ਦੇਵ ਗੌੜਾ, ਔਰ ਉਸ ਤੋਂ ਬਾਅਦ ਵੀ ਕਈ ਪ੍ਰਧਾਨ ਮੰਤਰੀ ਆਏ, ਔਰ ਉਸ ਤੋਂ ਬਾਅਦ ਜਗਮੋਹਨ ਸਿੰਘ ਵੀ ਆਇਆ, ਫਿਰ ਇਹ ਨਰਿੰਦਰ ਮੋਦੀ ਵੀ ਆਇਆ। ਲਗਭਗ 4-5 ਪ੍ਰਧਾਨ ਮੰਤਰੀ ਇਸ ਪਲੰਦੇ ਦੇ ਵਿੱਚ ਦੀ ਲੰਘ ਚੁੱਕੇ ਆ। ਔਰ ਜੋ ਪਹਿਲਾ ਕਾਨੂੰਨ ਸੀਗਾ ਉਹ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਇਹਨਾਂ ਨੇ ਲਾਗੂ ਕੀਤਾ ਕਿ ਮੰਡੀਕਰਨ ਵਾਲਾ, ਕਿ ਮੰਡੀਕਰਨ ਖੁੱਲ੍ਹਾ ਕਰ ਦਿਓ। ਸਾਰੇ ਭਾਰਤ ਦੇ ਵਿੱਚ ਮੰਡੀਕਰਨ ਤਾਂ ਪਹਿਲਾਂ ਹੀ ਖੁੱਲ੍ਹਾ ਚੱਲਦਾ ਸੀਗਾ। ਸੀਮਤ 2 ਸਟੇਜਾਂ ਸੀ, ਜਿਹੜਾ ਹਰਿਆਣਾ ਤੇ ਪੰਜਾਬ, ਜਿੱਥੇ ਝੋਨਾ ਤੇ ਕਣਕ ਥੋੜ੍ਹਾ ਜਿਹਾ ਨਗੂਣੀ ਜੀ, ਮਤਲਬ ਸਵਾਮੀਨਾਥਨ ਦੀ ਰਿਪੋਰਟ ਨਹੀਂ ਸੀ ਬਣਦੀ, ਉਹਦੇ ਮੁੱਦੇ ਤੇ ਨਗੂਣਾ ਜਿਹਾ ਭਾਅ ਮਿਲਦਾ ਸੀ ਸਰਕਾਰੀ ਦਾਇਰੇ ਦੇ ਵਿੱਚ। ਔਰ ਬਾਕੀ ਸਾਰੀਆਂ ਫਸਲਾਂ ਜਿਹੜੀਆਂ ਸੀਗੀਆਂ ਉਹ ਇਸ ਗਰੰਟੀ ਸ਼ੁਦਾ MSP ਤੋਂ ਬਾਹਰ ਸੀ। ਆ ਜਦੋਂ ਮੀਟਿੰਗਾਂ ਲੱਗਦੀਆਂ ਰਹੀਆਂ, ਬੁਲਾਰੇ ਬੋਲੇ ਵੀ ਸੀਗੇ, ਬਹਿਰਾਮ ਕੇ ਬੋਲ ਕੇ ਗਿਆ ਕਿ ਨਰਿੰਦਰ ਤੋਮਰ ਨੇ ਕਿਹਾ ਕਿ ਹੋਰ ਵੀ ਜਿਹੜੀਆਂ MSP ਦੀਆਂ ਜਿਹੜੀਆਂ ਰੇਟ ਆ ਜਾਂ ਫਸਲਾਂ ਵਾ ਉਹਦਾ ਅਸੀਂ ਦਿੰਦੇ ਆ। ਫਿਰ ਅਸੀਂ ਗੱਲ ਰੱਖੀ ਸੀ ਕਿ ਜਿਹੜੀ ਮੱਕੀ ਆ ਉਹ 1850 ਰੁਪਈਆ ਰੇਟ ਸੀਗਾ ਤੇ 900 ਰੁਪਈਏ ਨੂੰ ਕਿਉਂ ਵਿਕਦੀ ਆ। ਚਲੋ ਮੈਂ ਇੱਧਰ ਨੂੰ ਲੈ ਕੇ ਨਾ ਜਾਵਾਂ ਕਿ ਕਾਲੇ ਕਾਨੂੰਨ, ਜਦੋਂ ਪਹਿਲਾ ਕਾਨੂੰਨ ਮੰਡੀਕਰਨ ਖੁੱਲ੍ਹਾ ਕਰ ਦਿੱਤਾ ਔਰ ਉਹਦੇ ਵਿੱਚ 3 ਹੀ ਧਿਰਾਂ ਲਾਗੂ ਹੁੰਦੀਆਂ। ਪਹਿਲੀ ਧਿਰ ਆ ਕਿਸਾਨ, ਦੂਸਰੀ ਧਿਰ ਆ ਸਰਕਾਰ, ਤੀਸਰੀ ਧਿਰ ਆ ਕਿ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਜਾਂ ਬਾਹਰ ਦੀਆਂ ਕੰਟਰੀਆਂ ਜਿਨ੍ਹਾਂ ਨੇ ਮਾਲ ਖਰੀਦਣਾ। ਕਿਸਾਨ ਦਾ ਜੋ ਪੂਰਤੀ ਕਰਕੇ ਉਹਦਾ ਘਰ ਭਰ ਕੇ ਫਿਰ ਸਰਕਾਰ ਨੇ ਆਪਦਾ ਖਜ਼ਾਨਾ ਭਰਨਾ ਹੁੰਦਾ ਫਸਲ ਦੇ ਵਿੱਚੋਂ। ਉਸ ਤੋਂ ਬਾਅਦ ਫਿਰ ਤੀਸਰੀ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਨਾਲ ਤੈਅ ਕਰਨਾ ਹੁੰਦਾ। ਜਿਵੇਂ ਕਿ ਜਦੋਂ ਕਿਸਾਨ ਮੰਡੀ ਦੇ ਵਿੱਚ ਕੋਈ ਫਸਲ ਲੈ ਕੇ ਜਾਂਦਾ, ਉਹਦੇ ਵਿੱਚ ਜੋ ਵੀ ਸੈਕਟਰੀ ਵਗੈਰਾ ਜੋ ਸਿਸਟਮ ਸਾਰਾ ਚੱਲਦਾ, ਜਿਹੜਾ ਮਜ਼ਦੂਰ ਤਾਕਰ ਸਾਰਾ ਮੁਲਾਜ਼ਮ, ਔਰ ਜਿਹੜੇ ਪਈਆਂ ਗਲੀਆਂ ਜਿਹੜੀਆਂ ਆਮ ਸਟੇਜਾਂ ਦੇ ਵਿੱਚ ਬਣਦੀਆਂ ਉਹ ਵੀ ਉਹ ਖਾਤਾ ਰੱਖ ਕੇ ਤੇ ਫਿਰ ਜਿਹੜੀ ਆ 2 ਰੁਪਏ ਕਿਲੋ ਕਣਕ ਆ ਇਹ ਵੀ ਕਿਸਾਨ ਤੋਂ ਕੜਤਾ ਕੱਟ ਕੇ ਤਕਸੀਮ ਕਰਕੇ ਤੇ ਫਿਰ ਰੇਟ ਵੱਜਦਾ। ਜਿਹੜਾ ਕਹਿ ਦਿੰਦੇ ਕਿ ਫਲਾਨੀ ਸਰਕਾਰ 2 ਰੁਪਏ ਕਿਲੋ ਆਟਾ ਜਾਂ ਕਣਕ ਦਿੰਦੀ ਆ, ਔਰ ਉਹ ਸਾਰਾ ਤਕਸੀਮ ਕਰਕੇ ਫਿਰ ਕਿਸਾਨ ਦਾ ਰੇਟ ਵੱਜਦਾ। ਉਸ ਤੋਂ ਬਾਅਦ ਫਿਰ ਸਰਕਾਰ ਨੇ ਆਪਦਾ ਖਜ਼ਾਨਾ, ਜਿਹੜਾ ਜਾਣੀ ਕਿ ਜਨਤਾ ਦਾ ਖਜ਼ਾਨਾ ਆਪਦਾ ਨਹੀਂ, ਉਹ ਭਰ ਕੇ ਫਿਰ ਉਹਦਾ ਮੁੱਲ ਤੈਅ ਅੱਗੇ ਤੀਜੇ ਨੰਬਰ ਤੇ ਕਰਨਾ ਹੁੰਦਾ। ਔਰ ਜਦੋਂ ਸਰਕਾਰ ਨੇ ਆਪਦਾ ਪੈਰ ਖਿੱਚ ਲਿਆ ਤੇ ਸਿੱਧਾ ਪ੍ਰਾਈਵੇਟ ਜਿਹੜੇ ਘਰਾਣੇ ਆ ਕਿਸਾਨ ਦੇ ਮੱਥੇ ਮਾਰ ਦਿੱਤੇ। ਤੇ ਭਰਾਓ, ਤੁਹਾਨੂੰ ਸਾਫ਼ ਜਿਹੀ ਗੱਲ ਦਾ ਪਤਾ ਕਿ ਜਿਹੜੀ ਫਸਲ ਮੰਡੀ ਦੇ ਵਿੱਚ 2000 ਨੂੰ ਵਿਕਦੀ ਆ ਤੇ ਫਿਰ ਪ੍ਰਾਈਵੇਟ ਜਿਹੜਾ ਵਪਾਰੀ ਆ
ਉਹਨੇ ਤੇ ਸਿੱਧਾ ਆਣ ਕੇ ਕਹਿਣਾ ਕਿ ਤੇ ਤੋਂ 1000 ਰੁਪਏ ਨੂੰ ਚਾਹੇ 1100 ਨੂੰ ਉਹ ਫਸਲ ਲਵਾਂਗੇ। ਜਿਵੇਂ ਕਿ ਪਿੱਛੇ ਮੈਂ ਬਿਹਾਰ ਦੇ ਵਿੱਚ ਵੀ ਜਾ ਕੇ ਆਇਆ, ਉੱਥੇ 2006 ਦੀ ਮੰਡੀ ਟੁੱਟੀ ਆ, ਔਰ ਮੈਂ ਉਹਨਾਂ ਨੂੰ ਪੁੱਛਿਆ ਕਿ ਖਾਲੀ ਜਗ੍ਹਾ ਜਿਹੜੀ 100 150 ਕਿੱਲਾ ਇਹ ਕਿਉਂ ਪਿਆ। ਉਹਨਾਂ ਨੇ ਇਹ ਗੱਲ ਰੱਖੀ, ਮਹਾਪੰਚਾਇਤ ਸੀ, ਕਿ ਸਰਦਾਰ ਜੀ ਜਦੋਂ ਅਸੀਂ ਫਸਲ ਸਾਰੀ ਤਿਆਰ ਕਰਦੇ ਹਾਂ, ਮੋਟਰ ਜਿਹੜੀ ਉੱਥੇ ਸਿੰਗਲ ਫੇਸ ਦੀ ਚੱਲਦੀ ਆ ਖੇਤੀ ਦੇ ਵਿੱਚ, ਔਰ ਉਹਦਾ 7 ਰੁਪਏ ਯੂਨਿਟ ਨਾਲ ਮੀਟਰ ਲੱਗਾ ਹੋਇਆ, ਕਿ ਜਦੋਂ ਸਾਰਾ ਬਿੱਲ ਭਰ ਕੇ ਰੇਹਾਂ ਸਪਰੇਆਂ ਕਰਕੇ ਔਰ ਜਦੋਂ ਇਹਨੂੰ ਲਿਜਾਨੇ ਆ ਅਸੀਂ ਕਿਸੇ ਵਪਾਰੀ ਕੋਲੇ, ਤੇ ਇਹ ਫਸਲ ਜਿਹੜੀ 2200 2300 ਰੁਪਏ ਵਾਲੀ ਇਹ ਸਾਡੀ ਵਿਕਦੀ ਆ 1100 ਨੂੰ 900 ਰੁਪਏ ਨੂੰ। ਔਰ ਸਾਡਾ ਲੱਕ ਟੁੱਟ ਗਿਆ, ਤੇ ਇਸ ਕਰਕੇ ਜ਼ਮੀਨਾਂ ਵਿਹਲੀਆਂ ਪਈਆਂ ਵਾ। ਸਾਡਾ ਜੀ ਨਹੀਂ ਕਰਦਾ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾ ਕੇ 5-5 ਕਿੱਲਿਆਂ ਵਾਲਿਆਂ ਦਾ ਝੋਨਾ ਲਾਈਏ। 50-50 ਕਿੱਲਿਆਂ ਵਾਲੇ ਜਿਹੜੇ ਕਿਸਾਨ ਆ ਉਹ ਇੱਥੇ ਆਣ ਕੇ ਝੋਨਾ ਲਾਉਂਦੇ ਆ। 2006 ਦੀ ਮੰਡੀ ਟੁੱਟੀ ਆ, ਔਰ ਇਵੇਂ ਹੀ ਸਾਰੇ ਭਾਰਤ ਦਾ ਜਿਹੜਾ ਜਦੋਂ ਦਾਇਰਾ ਖੁੱਲ੍ਹਾ ਕਰ ਦਿੱਤਾ, ਔਰ 2000 ਰੁਪਏ ਵਾਲੀ ਜਿਹੜੀ ਫਸਲ ਆ ਉਹ ਵਿਕੀ 1000 ਨੂੰ। ਔਰ ਜਿਹੜਾ ਦੂਸਰਾ ਪਲਾਨ ਜਿਹਨੂੰ ਦੂਸਰਾ ਕਾਨੂੰਨ ਕਹਿੰਦੇ ਬਿਜਲੀ ਵਾਲਾ, ਔਰ ਬਿਜਲੀ ਵਾਲਾ ਜਿਹੜਾ ਕਾਨੂੰਨ ਆ ਉਹ ਜਿੰਨੇ ਵੀ ਸੂਬੇ ਜਿੰਨੀਆਂ ਵੀ ਸਟੇਟਾਂ ਉਹ ਸਾਰੀਆਂ ਮਾਲਕ ਹੁੰਦੀਆਂ, ਆਮ ਮੁਖਤਿਆਰ ਹੁੰਦੀਆਂ। ਉੱਥੇ ਹੋਇਆ ਕਿ ਜਿੰਨੇ ਵੀ 1995 ਤੋਂ ਲੈ ਕੇ ਚਾਹੇ ਜਿਹੜੇ ਹੈਗੇ ਸਾਬਕਾ CM ਔਰ ਜਿਹੜੇ ਮੌਕੇ ਦੇ CM ਕੈਪਟਨ ਵਰਗੇ ਜਾਂ ਖੱਟਰ ਵਰਗੇ ਯੋਗੀ ਵਰਗੇ, ਇਹਨਾਂ ਨੇ ਸਹਿਮਤੀਆਂ ਦੇ ਦਿੱਤੀਆਂ, ਤੇ ਉਹ ਬਿਜਲੀਕਰਨ ਜਿਹੜਾ ਵਾ ਉਹਦਾ ਆਮ ਮੁਖਤਿਆਰ ਜਿਹੜਾ ਮੋਦੀ ਨੂੰ ਬਣਾ ਦਿੱਤਾ। ਔਰ ਜਦੋਂ ਆਮ ਮੁਖਤਿਆਰ ਕੋਈ ਭਲਾ ਬਣ ਜਾਵੇ, ਉਹ ਜਿਹਨੂੰ ਮਰਜ਼ੀ ਕੋਈ ਜ਼ਮੀਨ ਵੇਚ ਸਕਦਾ ਵਾ, ਚਾਹੇ ਪ੍ਰਾਪਰਟੀ ਵੇਚ ਸਕਦਾ ਵਾ। ਫਿਰ ਉਹਨੇ ਆਮ ਮੁਖਤਿਆਰ ਹੋ ਕੇ ਅਡਾਨੀਆਂ ਬਾਨੀਆਂ ਦੇ ਹੱਥ ਦੇ ਦਿੱਤਾ ਬਿਜਲੀਕਰਨ। ਔਰ ਜਦੋਂ ਬਿਜਲੀਕਰਨ ਅਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਚਲਾ ਗਿਆ, ਤੇ ਤੁਹਾਨੂੰ ਪਤਾ ਹੋਣਾ ਆਪਾਂ ਵੀ ਪੰਜਾਬ ਦੇ ਵਿੱਚ ਲੜਦੇ ਰਹੇ, ਜਿਹੜਾ 2000 ਤੋਂ ਬਿਜਲੀਕਰਨ ਕੇ ਬੋਰਡ ਟੁੱਟਣ ਨਹੀਂ ਦੇਣਾ। ਤੇ ਉਸ ਤੋਂ ਬਾਅਦ ਕੀ ਹੋਇਆ ਕਿ 2008 ਦੇ ਵਿੱਚ ਸੁਖਬੀਰ ਤੇ ਮਨੋਰੰਜਨ ਕਾਲੀਆ ਤੇ ਮਨਪ੍ਰੀਤ ਚਾਚਾ ਭਤੀਜਾ ਇਕੱਠੇ ਹੁੰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਵੀ 1500 ਰੁਪਈਆ ਹਾਊਸ ਪਾਵਰ ਨੂੰ ਕਹਿੰਦੇ ਸੀ, ਜੇ ਪ੍ਰਾਈਵੇਟ ਘਰਾਣਾ ਲਵੇ ਤੇ ਫੇਰ ਬਿੱਲ ਲਵੇ ਤੇ ਫੇਰ ਪੂਰਤੀ ਹੋ ਸਕਦੀ ਆ। ਉਹਨਾਂ ਦਿਨਾਂ ਦਾ 15000 ਰੁਪਈਆ ਬਿੱਲ ਸੀ, ਪਰ ਹੁਣ ਜਦੋਂ ਕਿਸਾਨਾਂ ਨੂੰ ਅਡਾਨੀਆਂ ਬਾਨੀਆਂ ਦਾ ਬਿੱਲ ਆਊਗਾ ਤਾਂ ਘੱਟੋ ਘੱਟ 40 ਤੋਂ 45000 ਰੁਪਈਆ ਆਊਗਾ। ਔਰ ਜਨਤਕ ਲੋਕਾਂ ਨੂੰ ਵੱਡੇ ਪੱਧਰ ਤੇ ਜੋ ਸਬਸਿਡੀਆਂ ਮਿਲਦੀਆਂ ਸੀ, ਬਿੱਲ ਜੋ ਕਿ ਬਿਜਲੀ ਦੀ ਸਬਸਿਡੀ ਮਿਲਦੀ ਉਹ ਵੀ ਜਾਊਗੀ। ਇੱਦਾਂ ਹੀ ਦੁਕਾਨਦਾਰਾਂ ਨੂੰ ਭਾਰੀ ਬਿੱਲ ਆਊਗਾ। ਇਹ ਸੀਗੇ 2 ਪਲਾਨ। ਔਰ ਤੀਸਰਾ ਮੈਂ ਸ਼ਾਰਟਕਟ ਹੀ ਬੋਲ ਜਾਣਾ ਕਿ ਸਾਡਾ ਟਾਈਮ ਦਾ ਥੋੜਾ ਪਿੱਛੇ ਖੜੇ ਨੇ ਸੈਕਟਰੀ ਸਾਹਿਬ, ਤਾਂ ਮਜ਼ਾ ਤਾਂ ਆਉਂਦਾ ਕੋਈ 20-25 ਮਿੰਟ ਲੱਗਣ ਤਾਂ ਫੇਰ ਹੀ ਗੱਲ ਬਣਦੀ ਆ। ਔਰ ਜਿਹੜਾ ਤੀਸਰਾ ਪਲਾਨ ਸੀ ਖੇਤੀ ਕੰਟਰੈਕਟ। ਖੇਤੀ ਕੰਟਰੈਕਟ ਦਾ ਕੀ ਸੀ ਕਿ ਜੇ ਕਿਸਾਨ ਨੂੰ ਕਹਿਣਾ ਕਿ ਤੂੰ ਸਰੋਂ ਇੰਨੀ ਬੀਜਣੀ ਆ, ਕਣਕ ਇੰਨੀ ਬੀਜਣੀ, ਇੰਨੇ ਨੂੰ ਅਸੀਂ ਖਰੀਦਾਂਗੇ, ਆਲੂ ਇੰਨੇ ਕਿੱਲੇ ਕਰਨੇ ਆ, ਪਰ ਉਹ ਕੜੇ ਦੇ ਵਿੱਚ ਦੀ ਲੰਘ ਜਾਣ, ਜੇ ਕੁਆਲਿਟੀ ਨਾ ਠੀਕ ਹੋਈ ਤੇ ਉਹ ਅਸੀਂ ਉੱਥੇ ਗੱਡੀ ਢੇਰੀ ਕਰ ਦਿਆਂਗੇ। ਔਰ ਉਸ ਤੋਂ ਬਾਅਦ ਜਦੋਂ ਸਤਾਇਆ ਹੋਇਆ ਕਿਸਾਨ ਜਦੋਂ ਬੋਲਿਆ ਜਾਂ ਅੱਗੇ ਮੁਜ਼ਾਹਰਾ ਕੀਤਾ, ਤਾਂ ਫਿਰ ਉਹ ਕਹਿਣਗੇ ਤੁਸੀਂ ਸਾਡੇ ਨਾਲ ਠੇਕਾ ਨੀਤੀ ਕਰ ਲਓ। ਔਰ ਠੇਕਾ ਨੀਤੀ ਦਾ ਜਿਹੜਾ ਸਿਸਟਮ ਲੈ ਕੇ ਆਂਦਾ ਕਿ ਮੰਨ ਲਓ ਜੇ ਤੁਹਾਨੂੰ 50000 ਰੁਪਈਆ ਠੇਕੇ ਦਾ ਮਿਲਦਾ, ਅਸੀਂ ਤੁਹਾਨੂੰ 50000 ਰੁਪਈਆ ਦੇ ਦਿੰਦੇ ਆ, ਪਰ ਗੱਲ ਇਹ ਆ ਜ਼ਮੀਨ 25 ਤੋਂ 30 ਸਾਲ ਪਹਿਲਾਂ ਨਹੀਂ ਛੱਡਾਂਗੇ। ਮੰਨ ਲਓ ਇੱਕ ਪਿੰਡ ਦੀ ਜ਼ਮੀਨ 1000 ਏਕੜ ਆ, ਜੇ 600 ਕਿੱਲੇ ਵਾਲੇ ਕਿਸਾਨ ਪਿੰਡ ਦੇ ਕੰਪਨੀ ਦੇ ਥਰੂ ਚਲੇ ਗਏ ਤੇ 400 ਕਿੱਲੇ ਵਾਲੇ ਨੂੰ ਕੁੱਟ ਕੇ ਕੱਢ ਦੇਣਗੇ। ਔਰ ਉਸ ਤੇ ਕਰਜ਼ਾ ਲੈਣਾ ਵਾ ਤੇ ਉਹ ਕੰਪਨੀ ਲੈ ਸਕਦੀ, ਕਿਸਾਨ ਦਾ ਕੋਈ ਅਧਿਕਾਰ ਨਹੀਂ ਹੋਊਗਾ। ਔਰ ਜਦੋਂ ਇਹ ਸਾਰੇ ਅਧਿਕਾਰ ਖੁੱਸ ਗਏ, ਔਰ ਉਹਨੂੰ ਇਹ ਵੀ ਕਹਿਣਗੇ ਜੇ ਮਜ਼ਦੂਰ ਰਹਿਣਾ ਤੇ ਇਸ ਜ਼ਮੀਨ ਦੇ ਵਿੱਚ ਰਹਿ ਸਕਦਾ, ਭਾਵ ਸਾਗ ਗੋਭੀ ਮੂਲੀ ਜੋ ਵੀ ਹੋਇਆ ਉਹ ਸਾਡੀ ਹੋਊ, ਤੂੰ ਪੁੱਟ ਨਹੀਂ ਸਕਦਾ। ਔਰ ਇਹ ਸੀ ਤੀਸਰਾ ਪਲਾਨ। ਔਰ ਜਦੋਂ ਭਰਾਓ ਤੀਸਰਾ ਪਲਾਨ ਆ ਗਿਆ ਔਰ 25 ਤੋਂ 30 ਸਾਲ ਜ਼ਮੀਨਾਂ ਲਿਖਵਾ ਲੀਆਂ, ਕਰਜ਼ੇ ਅੱਗੇ ਬੜੇ ਭਾਰੀ ਆ, ਤੇ ਫਿਰ ਭਰਾਓ ਆਉਣ ਵਾਲੀ ਜਨਰੇਸ਼ਨ ਤੋਂ ਜ਼ਮੀਨ ਛਡਾਈ ਨਹੀਂ ਜਾਣੀ। ਔਰ ਇਹਨਾਂ ਤਿੰਨਾਂ ਕਾਨੂੰਨਾਂ ਦੀ ਲੜਾਈ ਦੇ ਵਿੱਚ ਇੱਕ ਪਲਾਨ ਹੋਰ ਲੈਣ ਦਾ, ਚੌਥਾ ਪਰਾਲੀ ਵਾਲਾ, ਕਿ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਇਹ ਹਿੰਦੁਸਤਾਨ ਗੁਲਾਮ ਨਹੀਂ ਹੋਣ ਦੇਣਾ, ਉਹਨਾਂ ਬੁਲਾਰਿਆਂ ਵਾਸਤੇ ਕੀ ਹੋਣਾ ਚਾਹੀਦਾ,
ਉਹਨਾਂ ਵਾਸਤੇ ਲੈਂਦਾ 5 ਸਾਲ ਕੈਦ ਤੇ 5 ਕਰੋੜ ਰੁਪਈਆ ਜੁਰਮਾਨਾ। ਤੂੰ ਪਰਾਲੀ ਨੂੰ ਅੱਗ ਲਾਈ ਆ। ਔਰ ਇਹ ਚੌਥਾ ਕਾਨੂੰਨ ਉਹਨਾਂ ਬੁਲਾਰਿਆਂ ਵਾਸਤੇ ਲਿਆਂਦਾ। ਤੇ ਮੈਂ ਇਹ ਗੱਲ ਕਹਿਣਾ ਵਾਂ ਕਿ ਜਦੋਂ ਇਹ ਚੌਥਾ ਕਾਨੂੰਨ ਬਣ ਗਿਆ, ਲੱਕ ਟੁੱਟ ਗਿਆ ਤੇ ਕਾਨੂੰਨ ਤੇ ਬਣੇ ਆ, ਲਾਗੂ ਕਰ ਦਿੱਤੇ ਆ, ਪਰ ਇਹਨਾਂ ਨੂੰ ਵਾਪਸ ਤੁਸੀਂ ਕਰਾਉਣਾ ਵਾ। ਸਰਦਾਰ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਵੀ ਆਪਾਂ ਮਜਾਰੇ ਸਾਂ। ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜੀਆਂ ਜ਼ਮੀਨਾਂ ਸੀ ਉਹ ਆਪਾਂ ਹਿੱਸੇ ਤੇ ਵਾਹੁਣੇ ਸਾਂ, ਪਰ ਜਦੋਂ ਸਰਦਾਰ ਬੰਦਾ ਸਿੰਘ ਬਹਾਦਰ ਆਇਆ ਉਹਨੇ ਸਿਸਟਮ ਠੀਕ ਕਰਕੇ ਪਟਵਾਰ ਮਹਿਕਮੇ ਤੋਂ ਲੈ ਕੇ ਭਾਈ ਬਾਜ ਸਿੰਘ ਨੂੰ ਗਵਰਨਰ ਬਣਾਇਆ, ਪੱਟੀ ਦੇ ਰਹਿਣ ਵਾਲੇ ਨੂੰ। ਔਰ ਸਾਰੇ ਕਿਸਾਨਾਂ ਨੂੰ ਜੇ ਕੋਈ 5 ਕਿੱਲੇ ਜ਼ਮੀਨ ਵਾਹੁੰਦਾ ਸੀ ਉਹਨਾਂ ਦੇ ਨਾਂ 5 ਕਰਤੀ, ਜੇ ਕੋਈ 10 ਵਾਹੁੰਦਾ ਸੀ ਉਹਨਾਂ ਦੇ ਨਾਂ 10 ਕਰ ਦਿੱਤੀ। ਉਸ ਟਾਈਮ ਦੀਆਂ ਸਰਦਾਰੀਆਂ ਮਿਲੀਆਂ। ਅੱਜ ਨਰਿੰਦਰ ਮੋਦੀ ਨੇ ਖੁਦ ਆਮ ਮੁਖਤਿਆਰੀ ਸਾਰੀਆਂ ਸਟੇਜਾਂ ਤੋਂ ਲੈ ਕੇ ਔਰ ਭਾਰਤ ਨੂੰ ਗੁਲਾਮ ਕਰ ਦਿੱਤਾ। ਇਹਦੇ ਵਿੱਚ ਦੁਕਾਨਦਾਰ ਵੀ ਭਰਾਓ ਜਿਹੜੇ ਉਹ ਗੁਲਾਮ ਹੋ ਗਏ ਕਿ ਜਿਹੜੇ ਮੌਲ ਆ ਉਹ ਅਡਾਨੀਆਂ ਬਾਨੀਆਂ ਦੇ ਖੁੱਲ੍ਹਣੇ ਆ, ਕਿਉਂਕਿ ਪਿੱਛੇ ਫੈਕਟਰੀਆਂ ਜਿਹੜੀਆਂ ਵਾ ਜਿਵੇਂ ਕਪਾਹ ਦੀ ਪੱਟੀ ਆ ਜਾਂ ਕੋਈ ਕਣਕ ਦੀ ਪੱਟੀ ਆ ਜਾਂ ਕੋਈ ਆਪਣਾ ਸਬਜ਼ੀ ਜਾਂ ਫਲਾਂ ਦੀ ਪੱਟੀ ਆ, ਉੱਥੇ ਉਹਨਾਂ ਦੀਆਂ ਫੈਕਟਰੀਆਂ ਲੱਗਣਗੀਆਂ। ਬੰਦੇ ਕਰਨਗੇ ਸਾਰੇ 5 ਤੋਂ 7 ਕੰਮ ਇੱਕ ਫੈਕਟਰੀ 'ਚ। ਔਰ ਅੱਗੇ ਸ਼ਹਿਰਾਂ ਦੇ ਵਿੱਚ ਮੌਲ ਹੋਣਗੇ ਤੇ ਮੌਲਾਂ ਦੇ ਵਿੱਚ ਜਿਹੜਾ ਅਡਾਨੀਆਂ ਬਾਨੀਆਂ ਦਾ ਮਾਲ ਹੋਊਗਾ। ਕੋਈ ਦੁਕਾਨਦਾਰ ਦੀ ਤਾਕਤ ਨਹੀਂ ਹੋਊ ਕਿ ਕੋਈ ਕੱਪੜਾ ਵੇਚ ਸਕੇ, ਕਰਿਆਨਾ ਵੇਚ ਸਕੇ ਜਾਂ ਕੋਈ ਸਬਜ਼ੀ ਵੇਚ ਸਕੇ। ਔਰ ਮਜ਼ਦੂਰ ਜਿਹੜੇ ਭਰਾ ਸੀ ਆਪਣੇ ਨਾਲ ਮੰਡੀਆਂ ਦੇ ਵਿੱਚ ਜੁੜੇ ਸੀ, ਉਹਨਾਂ ਦੀ ਛਣਾਈ ਤਲਾਈ ਗਈ। ਜੇ ਕੋਈ ਜ਼ਿਮੀਂਦਾਰ ਤੋਂ ਕਣਕ ਤੋਲਦੇ ਸਮੇਂ ਅੱਧਾ ਤੋਲਾ ਲੈ ਲੈਂਦੇ ਸੀ, ਕੋਈ 8-10 ਤੋਲੇ ਘਰੇ ਉਹ ਵੀ ਲੈ ਆਉਂਦਾ ਸੀ, ਉਹ ਵੀ ਗਿਆ ਤੇ ਕਿਸਾਨ ਦੇ ਨਾਲ ਕੋਈ ਰੇਹ ਸਪਰੇਅ ਕਰਦਾ ਸੀ, ਕੋਈ ਰੂੜੀ ਸੁੱਟਦਾ ਸੀ, ਕੋਈ ਸਾਲ ਤੇ ਸੀਰੀ ਰਹਿੰਦਾ ਸੀ, ਉਹ ਵੀ ਗਿਆ। ਇਹ ਸਾਰਾ ਭਰਾਓ ਮੈਂ ਸ਼ਾਰਟਕੱਟ 'ਚ ਦੱਸਿਆ ਜੇ, ਮਜਬੂਰੀ ਆ, ਨਹੀਂ ਤਾਂ 1 ਘੰਟਾ ਪੂਰਾ ਲੱਗਦਾ ਜੇ ਸਾਰੀ ਗੱਲ ਰੱਖੀਏ। ਤੇ ਇਹਨੂੰ ਆਜ਼ਾਦ ਕਰਾਉਣਾ ਵਾ ਤੇ ਤੁਸੀਂ ਲੋਕਾਂ ਨੇ ਆਜ਼ਾਦ ਕਰਾਉਣਾ, ਕਿਉਂਕਿ ਦਸਤਖਤ ਨਰਿੰਦਰ ਮੋਦੀ ਨੇ ਕਰ ਦਿੱਤੇ ਆ। ਤੇ ਬਾਬੇ ਬੰਦਾ ਸਿੰਘ ਬਹਾਦਰ ਦੀ ਜਿਹੜੀ ਵਿਰਾਸਤ ਆ ਇਹ ਤੁਸੀਂ ਜਰਨੈਲਾਂ ਨੇ ਛਡਾਉਣੀ ਆ। ਉਹਨੇ ਖੰਡਾ ਖੜਕਾ ਕੇ ਔਰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਆਣ ਕੇ ਐਲਾਨ ਕੀਤੇ ਸੀ ਔਰ ਸਾਰੀ ਜਿੰਨੀ ਵੀ ਦੇਸ਼ ਪੱਧਰ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਕਿਸਾਨਾਂ ਨੂੰ ਕਿਸਾਨੀ ਹੱਕ ਦਿੱਤੇ ਸੀ, ਦੁਕਾਨਦਾਰਾਂ ਨੂੰ ਦੁਕਾਨਦਾਰ ਹੱਕ ਦਿੱਤੇ ਸੀ ਔਰ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਹੱਕ ਦਿੱਤੇ ਸੀ। ਤੇ ਤੁਸੀਂ ਵੀ ਹੱਕ ਜਿਹੜੇ ਆ ਇਹ ਦਿਵਾਉਣੇ ਆ, ਭਾਰਤ ਨੂੰ ਆਜ਼ਾਦ ਕਰਾਉਣਾ ਵਾ। ਮੈਂ ਇੱਥੇ ਫਤਿਹ ਬੁਲਾਉਣਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।